welcomepunjabi.shorthand.com be ready start 5ਵੇਂ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ ਕੁਝ ਪੱਖਾਂ ਤੋਂ ਚੰਗੇ ਸੰਕੇਤ ਦਿੰਦੀ ਹੈ ਅਤੇ ਕੁਝ ਅਜਿਹੇ ਪੱਖਾਂ ਵੱਲ ਵੀ ਇਸ਼ਾਰਾ ਕਰਦੀ ਹੈ ਜਿਨ੍ਹਾਂ ਵੱਲ ਹਾਲੇ ਵਧੇਰੇ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਡੈਂਡੀ ਚਾਹੇ ਇਸ ਰਿਪੋਰਟ ਨੂੰ ਆਬਾਦੀ ਦੀ ਜਨਗਣਨਾ ਨਹੀਂ ਕਿਹਾ ਜਾ ਸਕਦਾ, ਪਰ ਇਸ ਤੋਂ ਇਸ ਸੰਬੰਧੀ ਅੰਦਾਜ਼ੇ ਜ਼ਰੂਰ ਲਗਾਏ ਜਾ ਸਕਦੇ ਹਨ। ਡੈਂਡੀ ਪਹਿਲਾ ਇਹ ਕਿ ਦੇਸ਼ ਦੀ ਆਬਾਦੀ ਵਿੱਚ ਵਾਧੇ ਦੀ ਦਰ ਪਹਿਲਾਂ ਵਾਂਗ ਤੇਜ਼ ਨਹੀਂ ਰਹੀ। ਡੈਂਡੀ ਦੂਸਰਾ ਇਹ ਕਿ ਲਿੰਗ ਅਨੁਪਾਤ ਦੇ ਪੱਖੋਂ ਵੀ ਇਹ ਗੱਲ ਸੰਤੁਸ਼ਟੀਜਨਕ ਹੈ ਕਿ ਸਾਡੇ ਸਮਾਜ ਵਿੱਚ ਔਰਤਾਂ ਪ੍ਰਤੀ ਵਤੀਰਾ ਬਦਲ ਰਿਹਾ ਹੈ। ਡੈਂਡੀ ਇਸ ਦਾ ਅੰਦਾਜ਼ਾ ਇਸ ਸਰਵੇਖਣ ਦੇ ਸਿੱਟਿਆਂ ਤੋਂ ਲਗਾਇਆ ਜਾ ਸਕਦਾ ਹੈ। ਡੈਂਡੀ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਸਰਵੇ ਮੁਤਾਬਿਕ ਦੇਸ਼ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਡੈਂਡੀ ਹੁਣ 1000 ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 1020 ਹੋ ਗਈ ਹੈ। ਡੈਂਡੀ ਪਰ ਪੰਜਾਬ ਵਿੱਚ ਅਜੇ ਵੀ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ 938 ਹੀ ਹੈ। ਭਾਵੇਂ ਕਿ ਪਹਿਲਾਂ ਨਾਲੋਂ ਇੱਥੇ ਵੀ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ। ਡੈਂਡੀ ਇਸ ਨੂੰ ਅਸੀਂ ਸਮਾਜ ਅਤੇ ਦੇਸ਼ ਵਿੱਚ ਔਰਤਾਂ ਦੀ ਵੱਧਦੀ ਹੋਈ ਹੈਸੀਅਤ ਵੀ ਕਹਿ ਸਕਦੇ ਹਾਂ। ਡੈਂਡੀ ਸਮਾਜ ਦੀ ਸਮੁੱਚੀ ਸੋਚ ਅਤੇ ਮਾਨਸਿਕਤਾ ਵਿੱਚ ਆਇਆ ਬਦਲਾਅ ਵੀ ਇਸ ਵਿੱਚੋਂ ਸਪਸ਼ਟ ਵੇਖਿਆ ਜਾ ਸਕਦਾ ਹੈ। ਡੈਂਡੀ ਪੈਰਾ ਪਿਛਲੇ ਸਮੇਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਨੂੰ ਅੱਗੇ ਵਧਾਉਣ ਦੇ ਯਤਨਾਂ ਦਾ ਵੀ ਇਹ ਸਿੱਟਾ ਕਿਹਾ ਜਾ ਸਕਦਾ ਹੈ। ਡੈਂਡੀ ਇਸ ਦੇਸ਼ ਸਾਹਮਣੇ ਦੋ ਵੱਡੀਆਂ ਚਿੰਤਾਵਾਂ ਰਹੀਆਂ ਹਨ। ਡੈਂਡੀ ਪਹਿਲੀ ਸਰਾਲ ਵਾਂਗ ਵਧਦੀ ਆਬਾਦੀ ਅਤੇ ਦੂਸਰੀ ਬੇਰੁਜ਼ਗਾਰੀ ਦੀ ਸਮੱਸਿਆ। ਡੈਂਡੀ ਸਮਾਜ ਵਿੱਚ ਵੱਡੀ ਗੜਬੜ ਦੀ ਜੜ ਇਹਨਾਂ ਦੋ ਸਮੱਸਿਆਵਾਂ ਨੂੰ ਹੀ ਮੰਨਿਆ ਜਾ ਸਕਦਾ ਹੈ। ਡੈਂਡੀ ਪਿਛਲੇ ਦਹਾਕੇ ਵਿੱਚ ਸਰਕਾਰਾਂ ਵੱਲੋਂ ਜਿਸ ਢੰਗ ਨਾਲ ਪਰਿਵਾਰ ਨਿਯੋਜਨ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਰਹੀਆਂ ਸਨ, ਉਹ ਅਮਲੀ ਰੂਪ ਵਿੱਚ ਬਹੁਤੀਆਂ ਕਾਰਗਰ ਸਾਬਤ ਨਹੀਂ ਸਨ ਹੋਈਆਂ। ਡੈਂਡੀ ਇਸ ਦੇ ਨਾਲ ਹੀ ਸਾਡੀਆਂ ਸਰਕਾਰਾਂ ਦੀ ਇਹਨਾਂ ਸਮੱਸਿਆਵਾਂ ਪ੍ਰਤੀ ਕੋਈ ਵੱਡੀ ਪ੍ਰਤੀਬੱਧਤਾ ਵੀ ਨਹੀਂ ਸੀ ਰਹੀ ਅਤੇ ਨਾ ਹੀ ਇਹ ਯੋਜਨਾਵਾਂ ਸਰਕਾਰਾਂ ਲਈ ਪਹਿਲੇ ਸਥਾਨ 'ਤੇ ਰਹੀਆਂ ਸਨ। ਡੈਂਡੀ ਜਾਤਾਂ, ਧਰਮਾਂ ਅਤੇ ਕਈ ਤਰ੍ਹਾਂ ਦੇ ਭਰਮਾਂ
ਵਿੱਚ ਫਸੇ ਸਮਾਜ ਵੱਲੋਂ ਵੀ ਸਟਾਪ। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। 5ਵੇਂ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ ਕੁਝ ਪੱਖਾਂ ਤੋਂ ਚੰਗੇ ਸੰਕੇਤ ਦਿੰਦੀ ਹੈ ਅਤੇ ਕੁਝ ਅਜਿਹੇ ਪੱਖਾਂ ਵੱਲ ਵੀ ਇਸ਼ਾਰਾ ਕਰਦੀ ਹੈ ਜਿਨ੍ਹਾਂ ਵੱਲ ਹਾਲੇ ਵਧੇਰੇ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਡੰਡੀ ਚਾਹੇ ਇਸ ਰਿਪੋਰਟ ਨੂੰ ਆਬਾਦੀ ਦੀ ਜਨਗਣਨਾ ਨਹੀਂ ਕਿਹਾ ਜਾ ਸਕਦਾ, ਪਰ ਇਸ ਤੋਂ ਇਸ ਸੰਬੰਧੀ ਅੰਦਾਜ਼ੇ ਜ਼ਰੂਰ ਲਗਾਏ ਜਾ ਸਕਦੇ ਹਨ। ਡੰਡੀ ਪਹਿਲਾਂ ਇਹ ਕਿ ਦੇਸ਼ ਦੀ ਆਬਾਦੀ ਵਿੱਚ ਵਾਧੇ ਦੀ ਦਰ ਪਹਿਲਾਂ ਵਾਂਗ ਤੇਜ਼ ਨਹੀਂ ਹੈ। ਡੰਡੀ ਦੂਸਰਾ ਇਹ ਕਿ ਲਿੰਗ ਅਨੁਪਾਤ ਦੇ ਪੱਖੋਂ ਵੀ ਇਹ ਗੱਲ ਸੰਤੁਸ਼ਟੀਜਨਕ ਹੈ ਕਿ ਸਾਡੇ ਸਮਾਜ ਵਿੱਚ ਔਰਤਾਂ ਪ੍ਰਤੀ ਵਤੀਰਾ ਬਦਲ ਰਿਹਾ ਹੈ। ਡੰਡੀ ਇਸ ਦਾ ਅੰਦਾਜ਼ਾ ਇਸ ਸਰਵੇਖਣ ਦੇ ਸਿੱਟਿਆਂ ਤੋਂ ਲਗਾਇਆ ਜਾ ਸਕਦਾ ਹੈ। ਡੰਡੀ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਸਰਵੇ ਮੁਤਾਬਕ ਦੇਸ਼ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਡੰਡੀ ਹੁਣ 1000 ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 1020 ਹੋ ਗਈ ਹੈ। ਡੰਡੀ ਪਰ ਪੰਜਾਬ ਵਿੱਚ ਅਜੇ ਵੀ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ 938 ਹੀ ਹੈ, ਭਾਵੇਂ ਕਿ ਪਹਿਲਾਂ ਨਾਲੋਂ ਇੱਥੇ ਵੀ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ। ਡੰਡੀ ਇਸ ਨੂੰ ਅਸੀਂ ਸਮਾਜ ਅਤੇ ਦੇਸ਼ ਵਿੱਚ ਔਰਤਾਂ ਦੀ ਵੱਧਦੀ ਹੋਈ ਹੈਸੀਅਤ ਵੀ ਕਹਿ ਸਕਦੇ ਹਾਂ। ਡੰਡੀ ਸਮਾਜ ਦੀ ਸਮੁੱਚੀ ਸੋਚ ਅਤੇ ਮਾਨਸਿਕਤਾ ਵਿੱਚ ਆਇਆ ਬਦਲਾਅ ਵੀ ਇਸ ਚੋਂ ਸਪਸ਼ਟ ਵੇਖਿਆ ਜਾ ਸਕਦਾ ਹੈ। ਡੰਡੀ ਪੈਰਾ ਪਿਛਲੇ ਸਮੇਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਨੂੰ ਅੱਗੇ ਵਧਾਉਣ ਦੇ ਯਤਨਾਂ ਦਾ ਵੀ ਇਹ ਸਿੱਟਾ ਕਿਹਾ ਜਾ ਸਕਦਾ ਹੈ। ਡੰਡੀ ਇਸ ਦੇਸ਼ ਸਾਹਮਣੇ ਦੋ ਵੱਡੀਆਂ ਚਿੰਤਾਵਾਂ ਰਹੀਆਂ ਹਨ। ਡੰਡੀ ਪਹਿਲੀ ਸਰਾਲ ਵਾਂਗ ਵੱਧਦੀ ਆਬਾਦੀ ਅਤੇ ਦੂਸਰੀ ਬੇਰੁਜ਼ਗਾਰੀ ਦੀ ਸਮੱਸਿਆ। ਡੰਡੀ ਸਮਾਜ ਵਿੱਚ ਵੱਡੀ ਗੜਬੜ ਦੀ ਜੜ ਇਹਨਾਂ ਦੋ ਸਮੱਸਿਆਵਾਂ ਨੂੰ ਹੀ ਮੰਨਿਆ ਜਾ ਸਕਦਾ ਹੈ। ਡੰਡੀ ਪਿਛਲੇ ਦਹਾਕੇ ਵਿੱਚ ਸਰਕਾਰਾਂ ਵੱਲੋਂ ਜਿਸ ਢੰਗ ਨਾਲ ਪਰਿਵਾਰ ਨਿਯੋਜਨ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਰਹੀਆਂ ਸਨ, ਉਹ ਅਮਲੀ ਰੂਪ ਵਿੱਚ ਬਹੁਤੀਆਂ ਕਾਰਗਰ ਸਾਬਤ ਨਹੀਂ ਸਨ ਹੋਈਆਂ। ਡੰਡੀ ਇਸ ਦੇ ਨਾਲ ਹੀ ਸਾਡੀਆਂ ਸਰਕਾਰਾਂ ਦੀ ਇਹਨਾਂ ਸਮੱਸਿਆਵਾਂ ਪ੍ਰਤੀ ਕੋਈ ਵੱਡੀ ਪ੍ਰਤੀਬੱਧਤਾ ਵੀ ਨਹੀਂ ਸੀ ਰਹੀ ਅਤੇ ਨਾ ਹੀ ਇਹ ਯੋਜਨਾਵਾਂ ਸਰਕਾਰਾਂ ਲਈ ਪਹਿਲੇ ਸਥਾਨ ਤੇ ਹੀ ਰਹੀਆਂ ਸਨ। ਡੰਡੀ ਜਾਤਾਂ ਧਰਮਾਂ ਅਤੇ ਕਈ ਤਰ੍ਹਾਂ ਦੇ ਭਰਮਾਂ ਵਿੱਚ ਫਸੇ ਸਮਾਜ ਵੱਲੋਂ ਵੀ ਇਸ ਪ੍ਰਤੀ ਕੋਈ ਭਰਵਾਂ ਹੁੰਗਾਰਾ ਨਹੀਂ ਸੀ ਮਿਲਿਆ। ਡੰਡੀ ਪਰ ਹੁਣ ਜੇਕਰ ਜਨਮ ਦਰ ਸਰਵੇਖਣ ਅਨੁਸਾਰ 2% ਹੀ ਬਣੀ ਰਹਿੰਦੀ ਹੈ ਤਾਂ ਵੱਧਦੀ ਆਬਾਦੀ ਦੀਆਂ ਚਿੰਤਾਵਾਂ ਦੂਰ ਹੋ ਸਕਦੀਆਂ ਹਨ। ਡੰਡੀ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਿਵਾਰ ਨਿਯੋਜਨ ਬਾਰੇ ਜਾਗਰੂਕਤਾ ਵਧੀ ਹੈ। ਡੰਡੀ ਲੋਕ ਜੀਵਨ ਦਾ ਇੱਕ ਪੱਧਰ ਬਣਦੇ ਜਾਣ ਨਾਲ ਵੀ ਆਬਾਦੀ ਦੇ ਸੀਮਤ ਹੋਣ ਵਿੱਚ ਮਦਦ ਮਿਲਦੀ ਹੈ। ਡੰਡੀ ਬਿਨਾਂ ਸ਼ੱਕ ਪਿਛਲੇ
ਦਹਾਕਿਆਂ ਵਿੱਚ ਵਿਆਹ ਦੀ ਉਮਰ ਵਿੱਚ ਔਸਤਨ ਵਾਧਾ ਹੋਇਆ ਹੈ। ਸਟਾਪ।